ਜਿਹੜੀ ਪ੍ਰੈਸ ਕਾਨਫਰੰਸ ਹੈ ਜੀ, ਇਹ ਫਲੱਡ ਰਿਲੀਫ ਮੈਜਰਸ ਜਿਹੜੇ ਨੇ ਪਿਛਲੇ 1 ਸਾਲ ਦੇ ਵਿੱਚ ਅਸੀਂ ਚਾਲੂ ਕੀਤੇ ਸੀ ਤੇ ਮੁਕੰਮਲ ਕਰ ਲਿਆ। ਉਸ ਸੰਬੰਧੀ ਹੀ ਇਹ ਕਾਲ ਕੀਤੀ ਗਈ ਹੈ। ਬਰੀਫਲੀ ਇਹ ਹੈ ਕਿ ਇੱਕ ਤਾਂ ਪਾਵਰ ਹਾਊਸ ਰੋਡ ਤੋਂ ਆਪਾਂ ਰਾਈਜ਼ਿੰਗ ਮੇਨ ਪਾ ਰਹੇ ਸੀ 1000 mm ਡਾਇਆ ਦੀ, ਉਹ ਅਸੀਂ 1000 mm ਡਾਇਆ ਦੀ ਪਾਈਪ ਰਾਈਜ਼ਿੰਗ ਮੇਨ ਫਰੋਮ ਪਾਵਰ ਹਾਊਸ ਟੂ ਸਲੇਜ ਕੈਰੀਅਰ ਕੰਪਲੀਟ ਕਰਤੀ ਹੈ। ਸੋ ਇਸ ਵਾਰੀ ਜਦੋਂ ਬਾਰਿਸ਼ ਆਈ ਹੈ ਪਿੱਛੇ ਕੁਝ ਦਿਨ ਪਹਿਲਾਂ ਤਾਂ ਉਸ ਨੂੰ ਰੇਨ ਵਾਟਰ ਇਵੈਕੂਏਸ਼ਨ ਲਈ ਯੂਜ਼ ਕੀਤਾ ਗਿਆ। ਅਤੇ ਉੱਥੇ ਇਸ ਵਾਰੀ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਜਿੱਥੇ ਪਾਣੀ 8-8 ਘੰਟੇ ਖੜ੍ਹਦਾ ਸੀ, 10-10 ਘੰਟੇ ਖੜ੍ਹਦਾ ਸੀ, ਉੱਥੇ ਪਾਣੀ ਦੀ ਕੋਈ ਡ੍ਰੌਪ ਨਹੀਂ ਸੀ ਇਸ ਵਾਰੀ ਜੀ। ਦੂਜਾ, ਆਲਮ ਬਸਤੀ ਜਿਹੜਾ ਪਰਸਰਾਮ ਨਗਰ ਨੂੰ ਡਿਸਪੋਜ਼ਲ ਕੇਟਰ ਕਰਦੀ ਹੈ, ਉਸ ਦੀ ਕਪੈਸਿਟੀ ਕਰੰਟਲੀ 125 ਹਾਰਸ ਪਾਵਰ ਦੀ ਹੈ। ਉਸ ਕਪੈਸਿਟੀ ਨੂੰ ਅਸੀਂ ਆਗਮੈਂਟ ਕਰਕੇ 220 ਹਾਰਸ ਪਾਵਰ ਦੀ ਕਰ ਰਹੇ ਹਾਂ। ਇਹ ਕੰਮ ਅਸੀਂ ਤਕਰੀਬਨ 15 ਤਰੀਕ ਤੱਕ ਖਤਮ ਕਰ ਦਿਆਂਗੇ ਐਂਡ ਇਫੈਕਟਿਵਲੀ ਤਕਰੀਬਨ ਡਬਲ ਕਪੈਸਿਟੀ ਹੋ ਜਾਏਗੀ। ਸੋ ਜਿਹੜਾ ਇਵੈਕੂਏਸ਼ਨ ਆਫ ਵਾਟਰ ਹੈ, ਉਹ ਟਾਈਮ ਅਸੀਂ ਜਿਹੜਾ ਨੋਰਮਲੀ ਉੱਥੇ 6 ਤੋਂ 7 ਘੰਟੇ ਲੱਗਦੇ ਸੀ, ਸਾਡਾ ਟਾਰਗੇਟ ਹੈ ਕਿ ਅਸੀਂ ਉਸ ਨੂੰ ਘੰਟੇ ਤੱਕ ਲੈ ਆਈਏ, ਵੀ 1 ਘੰਟੇ ਦੇ ਅੰਦਰ ਅੰਦਰ ਉੱਥੋਂ ਇਵੈਕੂਏਸ਼ਨ ਹੋ ਜਾਏ। ਥਰਡਲੀ ਕੀ ਹੈ ਜੀ ਕਿ ਸਿਰਕੀ ਬਾਜ਼ਾਰ ਜਿਹੜਾ ਡਿਸਪੋਜ਼ਲ ਹੈ, ਉੱਥੇ ਵੀ ਕਾਫੀ ਪਾਣੀ ਖੜ੍ਹਦਾ, ਜਿਹੜਾ ਸ਼ਹਿਰ ਦਾ ਲੋਐਸਟ ਪੁਆਇੰਟ ਹੈ। ਸਿਰਕੀ ਬਾਜ਼ਾਰ ਡਿਸਪੋਜ਼ਲ 'ਤੇ ਕਰੰਟਲੀ ਕਪੈਸਿਟੀ 80 ਹਾਰਸ ਪਾਵਰ ਦੀ ਹੈ। ਉਸ ਕਪੈਸਿਟੀ ਨੂੰ ਅਸੀਂ ਆਗਮੈਂਟ ਕਰਕੇ ਵਧਾ ਕੇ 120 ਹਾਰਸ ਪਾਵਰ ਦੀ ਕਰ ਰਹੇ ਹਾਂ। ਇਹ ਕੰਮ ਅਸੀਂ 30/6 ਤੱਕ ਖਤਮ ਕਰ ਦਿਆਂਗੇ। ਇਸ ਤੋਂ ਇਲਾਵਾ ਸਿਰਕੀ ਬਾਜ਼ਾਰ 'ਚ ਨੋਰਮਲੀ 1 ਮਕੈਨੀਕਲ ਵਰਮਾ ਉੱਥੇ ਫਿੱਟ ਸੀਗਾ, ਉੱਥੇ 2 ਮਕੈਨੀਕਲ ਵਰਮੇ ਅਸੀਂ ਫਿੱਟ ਕਰਤੇ ਹੈ। ਅਤੇ ਉਹਦਾ ਜਿਹੜਾ ਸੰਜੇ ਨਗਰ ਟੋਬੇ 'ਚ ਉਸਦੀ ਓਪਨ ਡਰੇਨ ਰਾਹੀਂ ਵੀ ਉਹ ਡਰੇਨ ਆਫ ਹੁੰਦਾ ਸੀ। ਉਹ ਓਪਨ ਡਰੇਨ ਦੀ ਡੀਸਿਲਟਿੰਗ ਪਿਛਲੇ ਸਾਲ ਵੀ ਕਰਤੀ ਸੀ, ਇਸ ਸਾਲ ਅਗੇਨ ਬਾਰਿਸ਼ ਤੋਂ ਪਹਿਲਾਂ ਉਹਦੀ ਡੀਸਿਲਟਿੰਗ ਕੰਪਲੀਟ ਕਰਤੀ ਹੈ। ਅਤੇ ਜਿਹੜਾ ਟੋਬਾ ਜਿਹੜਾ ਪਹਿਲਾਂ ਪਿਛਲੇ ਸਾਲ ਅਸੀਂ ਡੂੰਘਾ ਕਰਕੇ 3 ਏਕੜ ਟੋਬਾ ਸੀਗਾ ਜਿਹੜਾ ਸਿਲਟਡ ਅਪ ਸੀ, ਉਹਨੂੰ ਡੂੰਘਾ ਕੀਤਾ ਸੀ। ਇਸ ਸਾਲ ਉਹ 3 ਏਕੜ ਹੋਰ ਵਧਾ ਕੇ 4 ਏਕੜ ਹੋਰ ਐਡ ਕਰਤਾ ਉਸ 'ਚ। ਮਤਲਬ ਟੋਟਲ ਸੰਜੇ ਨਗਰ ਦਾ 7 ਏਕੜ ਟੋਬਾ ਅਸੀਂ 18 ਫੁੱਟ ਦੇ ਕਰੀਬ ਅਸੀਂ ਡੀਸਿਲਟਿੰਗ ਉਸ ਦੀ ਕਰਤੀ ਹੈ। ਸੋ ਦੇਰ ਇਜ਼ ਨੋ ਚਾਂਸ ਆਫ ਐਨੀ ਬੈਕ ਫਲੋ ਔਰ ਕਿਸੇ ਵੀ ਤਰ੍ਹਾਂ ਦਾ, ਉਹ ਰੇਨ ਵਾਟਰ ਇਵੈਕੂਏਸ਼ਨ ਲਈ ਕੀਤਾ ਗਿਆ ਜੀ। ਅਤੇ ਇੱਕ ਸੀਗਾ ਕਿ DAV ਕਾਲਜ ਦਾ ਟੋਬਾ ਅਸੀਂ 18 ਤੋਂ 20 ਫੁੱਟ ਡੂੰਘਾ ਕਰਤਾ ਸੀਗਾ ਲਾਸਟ ਈਅਰ। ਇੱਕ ਉਸਦੇ ਜਿਹੜੇ ਬੈਲੈਂਸ ਥੋੜ੍ਹਾ ਬਹੁਤ ਪੋਰਸ਼ਨ ਸੀਗਾ, ਇੱਕ ਤਾਂ ਉਸ ਨੂੰ ਕੰਪਲੀਟ ਕਰ ਦਿੱਤਾ ਗਿਆ, ਬਟ ਉੱਥੇ ਇਵੈਕੂਏਸ਼ਨ ਦੀਆਂ ਮੋਟਰਸ ਨਹੀਂ ਸੀਗੀਆਂ। ਸੋ ਜੇ ਉਹ ਭਰ ਜਾਂਦਾ ਸੀ ਤਾਂ ਵਾਪਸ ਉਸਦਾ ਮਤਲਬ ਉਹਨੂੰ ਦੁਬਾਰਾ ਡਰੇਨ ਆਫ ਕਰਨ ਦੇ ਲਈ ਉਹ ਨੈਚੁਰਲ ਪਾਣੀ ਜਿਹੜਾ ਸਿਮਦਾ ਸੀ ਉਹੀ ਸੀ। ਇਸ ਵਾਰੀ ਅਸੀਂ ਉੱਥੇ 2 ਮੋਟਰਾਂ ਇਵੈਕੂਏਸ਼ਨ ਲਈ ਲਾ ਦਿੱਤੀਆਂ ਨੇ, ਇੱਕ 7.5 ਹਾਰਸ ਪਾਵਰ ਦੀ ਅਤੇ ਦੂਜੀ 10 ਹਾਰਸ ਪਾਵਰ ਦੀ, ਵਿਚ ਵਿਲ ਇਵੈਕੂਏਟ 24 ਘੰਟੇ ਚੱਲ ਕੇ ਉਹ ਇਵੈਕੂਏਟ ਕਰ ਦੇਣਗੀਆਂ ਜੀ। ਸੋ ਬੇਸਿਕਲੀ ਬਰੋਡਲੀ ਸਪੀਕਿੰਗ ਤਾਂ ਇਹੀ ਕੰਮ ਹੈਗੇ ਨੇ ਜਿਹੜੇ ਕੀਤੇ ਗਏ ਨੇ ਜੀ। ਪਿਛਲੇ ਸਾਲ ਦੇ ਮੁਕਾਬਲੇ ਕਿੰਨਾ ਫਰਕ ਹੋਇਆ? ਪਿਛਲੀ ਵਾਰ ਤਾਂ ਕਿੰਨੇ ਦਿਨ ਬਾਰਿਸ਼ ਨਹੀਂ ਨਿਕਲਦਾ, ਪਾਣੀ ਨਹੀਂ ਜੀ ਨਹੀਂ, ਮੈਂ ਇੱਕ ਬੜਾ ਕੌਨਫੀਡੈਂਟਲੀ ਇਹ ਕਹਿ ਸਕਦਾ ਕਿ ਜਿਵੇਂ ਪਰਸੈਂਟੇਜ ਟਰਮਸ 'ਚ ਗੱਲ ਕਰਾਂ ਤਾਂ 1/4 'ਤੇ ਲੈ ਆਵਾਂਗੇ ਟਾਈਮ ਨੂੰ। ਮਤਲਬ ਜਿੱਥੇ 4 ਘੰਟੇ ਲੱਗਦੇ ਸੀ ਉੱਥੇ 1 ਘੰਟੇ ਤੋਂ ਘੱਟ ਲੱਗੇਗਾ, ਇਸ ਤੋਂ ਜ਼ਿਆਦਾ ਇਸ ਤੋਂ ਥੱਲੇ ਹੀ ਲੈ ਆਵਾਂਗੇ। ਬੜਾ ਕੌਨਫੀਡੈਂਟਲੀ ਆਈ ਕੈਨ ਟੈਲ ਯੂ ਦਿਸ ਕਿ ਅਸੀਂ ਉਸ ਨੂੰ 4 ਟਾਈਮਸ ਨਾਲ ਘਟਾਤਾ ਘੱਟੋ ਘੱਟ ਜੀ। ਪਾਵਰ ਹਾਊਸ ਰੋਡ ਦੀ ਜਿਹੜੀ ਵੱਡੀ ਸਮੱਸਿਆ ਸੀਗੀ, ਇੱਕ ਤੁਹਾਨੂੰ NOC ਇਰੀਗੇਸ਼ਨ ਦੀ ਕ੍ਰਾਸਿੰਗ ਵੀ ਹੋ ਗਈ, ਅਸੀਂ ਉਹ ਚਾਲੂ ਕਰਤੀ। ਸੌਰੀ ਭਾਈ, ਕਿਸੇ ਕਰੋੜ ਸਰ ਪਰਸਰਾਮ ਨਗਰ ਵੀ ਇੱਕ ਕੀ ਜੀ? ਪਰਸਰਾਮ ਨਗਰ ਕਾਫੀ ਘੰਟੇ ਪਾਣੀ ਖੜੇ ਹੁੰਦੇ। ਪਰਸਰਾਮ ਨਗਰ ਮੈਂ ਦੱਸ ਕੇ ਹਟਿਆ ਜੀ। ਆਲਮ ਬਸਤੀ ਜਿਹੜੀ ਡਿਸਪੋਜ਼ਲ ਹੈ, ਉੱਥੇ ਕਰੰਟਲੀ ਕਪੈਸਿਟੀ 120 ਹਾਰਸ ਪਾਵਰ ਦੀ ਹੈ। ਐਕਚੁਅਲੀ 120 ਦੀ ਵੀ ਨਹੀਂ ਹੈ, ਉੱਥੇ ਕੀ ਹੈ 120 ਹਾਰਸ ਪਾਵਰ ਦੀਆਂ ਮੋਟਰਾਂ ਲੱਗੀਆਂ ਨੇ। 75 ਹਾਰਸ ਪਾਵਰ ਦੀ ਇੱਕ ਹੈ, 20 ਦੀ ਇੱਕ ਹੈ ਅਤੇ 30 ਦੀ ਇੱਕ ਹੈ। ਚੱਲਦੀ ਉਹਨਾਂ 'ਚੋਂ ਜਾਂ ਤਾਂ 75 ਹੈ ਜਾਂ 50 ਹੈ। ਇਟ ਇਜ਼ ਨਾਟ ਕਿ 125 ਇਕੱਠੇ ਨਹੀਂ ਸੀ ਚੱਲਦੇ ਉਸ ਦੇ ਵਿੱਚ। ਸੋ ਹੁਣ ਜਿਹੜੀਆਂ ਅਸੀਂ ਉੱਥੇ ਮੋਟਰਾਂ ਇੰਸਟਾਲ ਕਰ ਰਹੇ ਹਾਂ, ਟੋਟਲ ਉਹਦੀ ਕਪੈਸਿਟੀ 220 ਕਰ ਦਾਂਗੇ। 220 ਦੇ ਵਿੱਚ ਉੱਥੇ ਘੱਟੋ ਘੱਟ ਜਿਹੜੀ ਉਸਦੀ ਪੰਪਿੰਗ ਕਪੈਸਿਟੀ ਹੈ, ਇਟ ਵਿਲ ਮਿਨੀਮਮ ਰਾਈਜ਼ ਟੂ ਅਬਾਊਟ 200 ਦੇ ਕਰੀਬ। ਸੋ ਉਸ ਨੂੰ ਜਿਹੜਾ ਉੱਥੋਂ ਇੱਕ ਜਿੰਨਾ ਡਿਸਪੋਜ਼ਲ ਸੀਗਾ ਉਹ ਤਕਰੀਬਨ ਅਸੀਂ ਡਬਲ ਕਰ ਰਹੇ ਹਾਂ ਉਸ ਨੂੰ। ਸੋ ਉਸਦੇ ਜਿਹੜੇ ਸੰਪਸ ਨੇ, ਪਹਿਲਾਂ 75 ਦੀ ਮੋਟਰ ਨੂੰ ਉਹਨਾਂ ਪਾਣੀ ਨਹੀਂ ਸੀ ਮਿਲਦਾ, ਹਾਲਾਂਕਿ ਬਾਹਰ ਪਾਣੀ ਖੜਾ ਹੁੰਦਾ ਸੀ, ਬਟ ਉਹਦੇ ਜਿਹੜੀ ਡਿਜ਼ਾਈਨ ਇਸ ਤਰ੍ਹਾਂ ਦਾ ਸੀਗਾ ਕਿ ਉਸ ਨੂੰ ਸੰਪ ਨੂੰ ਜਿਹੜਾ ਉਹਦਾ ਹੈਗਾ ਉਹਨੂੰ ਪਾਣੀ ਨਹੀਂ ਸੀ ਮਿਲਦਾ। ਸੋ ਉਹ ਸਾਰਾ ਰੀਡਿਜ਼ਾਈਨ ਕਰਕੇ ਅਸੀਂ ਉਸ ਨੂੰ ਤਕਰੀਬਨ 15 ਤਰੀਕ ਤੱਕ ਖਤਮ ਕਰ ਕਾਰਨ ਲੱਗਦਾ ਤੁਹਾਨੂੰ ਇਹ ਪ੍ਰੈਸ ਕਾਨਫਰੰਸ ਹਰ ਸਾਲ ਕੀਤੀ ਜਾਂਦੀ ਹੈ ਨਾ? ਪਿਛਲੇ 4 ਸਾਲ ਪਿਛਲੇ ਦਿਨੀ ਗੱਲ ਪਿਆ, ਪਰਸੋਂ ਉੱਥੇ ਦੀ 4-5 ਮਿੰਟ ਮੀਂਹ ਪਿਆ ਸੀਗਾ, ਟੀਚਰ ਹੋਮ ਦਾ ਏਰੀਆ ਪੂਰਾ ਭਰ ਗਿਆ ਸੀਗਾ। ਨਹੀਂ ਦੇਖੋ, ਸਪੈਸੀਫਿਕ ਏਰੀਆਜ਼ 'ਚ ਤੁਸੀਂ ਜੇ ਗੱਲ ਕਰੋ ਤਾਂ ਆਏ ਵਿਲ 2-3 ਇਸ਼ੂਜ਼ ਨੇ ਜੀ ਇਸ 'ਚ। ਨੰਬਰ 1, ਆਪਾਂ ਨੇ ਇੱਕ ਮੈਂ ਫੋਟੋ ਵੀ ਦੇਖੀ ਸੀ ਅਖਬਾਰ ਦੇ ਵਿੱਚ
ਕਿ ਉਹ ਬੱਚਾ ਸਾਈਕਲ ਤੇ ਜਾ ਰਿਹਾ, ਜਦੋਂ ਬਾਰਿਸ਼ ਬਹੁਤ ਜ਼ਿਆਦਾ ਪੈਂਦੀ ਹੈ ਉਦੋਂ ਚੰਡੀਗੜ੍ਹ ਦੇ ਵਿੱਚ ਵੀ ਲੰਘਣਾ ਔਖਾ ਹੋ ਜਾਂਦਾ। ਹਾਲਾਂਕਿ ਚੰਡੀਗੜ੍ਹ 'ਚ ਸਟਾਰਮ ਸੀਵਰ ਹੈ, ਇੱਥੇ ਸਟਾਰਮ ਸੀਵਰ ਹੈ ਨਹੀਂ। ਇੱਥੇ ਜਿਹੜਾ ਪਾਣੀ ਹੈ ਉਹ ਪਾਣੀ ਨਿਕਲਦਾ ਥਰੂ ਦਾ ਸੀਵਰ, ਅਲੱਗ ਇਸ ਦਾ ਕੋਈ ਡਿਸਪੋਜ਼ਲ ਨਹੀਂ ਹੈ। ਪੁਆਇੰਟ ਇਜ਼ ਜਦੋਂ ਬਾਰਿਸ਼ ਪੈ ਰਹੀ ਹੈ ਉਸ ਟਾਈਮ ਤਾਂ ਪੈ ਰਹੀ ਹੈ, ਉਸ ਟਾਈਮ ਪਾਣੀ ਹੋਏਗਾ, ਲੇਕਿਨ ਉਸ ਨੂੰ ਇਵੈਕੂਏਸ਼ਨ ਦੀ ਜਿਹੜੀ ਗੱਲ ਹੈ, ਜਿਵੇਂ ਕਿ ਪਹਿਲਾਂ ਇੱਕ ਟਾਈਮ ਇਹ ਵੀ ਸੀਗਾ, ਆਈ ਥਿੰਕ ਅਗਸਤ ਜਾਂ ਜੁਲਾਈ 2019 ਦੇ ਵਿੱਚ, ਜਦੋਂ 3 ਦਿਨ ਪਾਣੀ ਕੱਢਣ ਨੂੰ ਆਪਾਂ ਨੂੰ ਲੱਗ ਗਏ ਸੀਗੇ। ਉਸ ਨੂੰ ਉਹਦੇ ਰਿਲੀਫ ਮੈਜਰਸ ਦੀ ਜੇ ਮੈਂ ਗੱਲ ਕਰਾਂ ਇਵੈਕੂਏਸ਼ਨ ਦੀ, ਤਾਂ ਮੈਂ ਕੌਨਫੀਡੈਂਟਲੀ ਇਹ ਕਹਿ ਸਕਦਾ ਵੀ ਚਾਹੇ ਉਨਾ ਵੀ ਮੀਂਹ ਪੈ ਜਾਏ ਜਿੰਨਾ ਸੀਗਾ, ਤਾਂ ਵੀ ਵਿਲ ਬ੍ਰਿੰਗ ਇਟ ਡਾਊਨ ਟੂ ਅਬਾਊਟ 3 to 4 hours। ਸਰ ਕੀ ਇੱਕ ਸਫਾਈ 30 ਜੂਨ ਤੱਕ ਜਿਹੜੀ ਸਿਰਕੀ ਬਾਜ਼ਾਰ ਦੀ ਡਿਸਪੋਜ਼ਲ ਦੀ ਆਗਮੈਂਟੇਸ਼ਨ ਹੈ, 80 ਹਾਰਸ ਪਾਵਰ ਚੱਲ ਰਹੀ ਹੈ, ਹੁਣ ਵੀ ਚੱਲੀ ਹੈ, ਤੇ 80 ਹਾਰਸ ਪਾਵਰ ਅੱਗੇ ਵੀ ਚੱਲੇਗੀ। ਜਿਹੜਾ ਉਸ 'ਚ ਐਡੀਸ਼ਨਲ 40 ਹਾਰਸ ਪਾਵਰ ਹੈ, ਉਹ ਅਸੀਂ ਪੰਪ ਆ ਗਏ ਆ ਸਾਡੇ ਕੋਲੇ, ਉਹਦੀ ਇੰਸਟਾਲੇਸ਼ਨ ਹੈ, ਉਹ 30 ਜੂਨ ਤੱਕ ਹੋ ਜਾਏਗੀ। ਜਿਵੇਂ ਮਾਨਸੂਨ ਐਤਕੀ ਪਹਿਲਾਂ ਆ ਗਈ ਹੈਗੀ ਹੈ, ਜਿਸ ਤਰ੍ਹਾਂ ਹਾਂਜੀ 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 ਮੀਂਹ ਬਹੁਤ ਪੈਣਗੇ, ਜੀ। ਤਾਂ ਕੀ ਜੇ ਇਹਨਾਂ ਤੋਂ ਪਹਿਲਾਂ ਜਿਹੜੀਆਂ ਬਾਰਿਸ਼ਾਂ ਆਉਂਦੀਆਂ ਉਹ ਪ੍ਰੋਬਲਮ ਫੇਸ ਕਰਨੀ ਪਏਗੀ? ਪਿਛਲੀ ਵਾਰੀ ਵੀ ਜਿਹੜਾ ਟਾਈਮ ਸੀਗਾ ਜੀ, ਪਿਛਲੀ ਵਾਰੀ ਵੀ 1/3 ਤੱਕ ਅਸੀਂ ਟਾਈਮ ਕਰਤਾ ਸੀ ਸਿਰਕੀ ਬਾਜ਼ਾਰ ਦੀ ਡਿਸਪੋਜ਼ਲ। ਸਿਰਕੀ ਬਾਜ਼ਾਰ ਦੀ ਮੇਨਲੀ ਦਿੱਕਤ ਕੀ ਸੀ ਉਹ ਸਮਝਣ ਦੀ ਜ਼ਰੂਰਤ ਹੈ। ਸਿਰਕੀ ਬਾਜ਼ਾਰ ਦੇ ਵਿੱਚ ਕਿਉਂਕਿ ਕਿਲਾ ਆਸ-ਪਾਸ ਹੈਗਾ, ਉਹ ਸਾਰਾ ਉੱਚਾ ਹੈ, ਉਹ ਪਾਣੀ ਸਾਰਾ ਜਦੋਂ ਇਕੱਠਾ ਹੋ ਕੇ ਆਉਂਦਾ ਉਹ ਸਿਰਕੀ ਬਾਜ਼ਾਰ 'ਚ ਆਉਂਦਾ। ਤਾਂ ਜਿਹੜਾ ਇਹ ਨਹੀਂ ਕਿ ਸਿਰਕੀ ਬਾਜ਼ਾਰ 'ਚੋਂ ਡਿਸਪੋਜ਼ ਆਫ ਨਹੀਂ ਸੀ ਹੁੰਦਾ, ਪਹਿਲਾਂ ਸਿਰਕੀ ਬਾਜ਼ਾਰ ਦਾ ਜਿਹੜਾ ਡਿਸਪੋਜ਼ਲ ਸੀਗਾ ਉਹ ਸੰਜੇ ਨਗਰ ਟੋਬੇ 'ਚ ਓਪਨ ਡਰੇਨ ਦੇ ਰਾਹੀਂ ਜਾਂਦਾ ਸੀ ਪਾਣੀ। ਜਿਹੜਾ ਸੰਜੇ ਨਗਰ ਟੋਬਾ ਉਹ ਇੰਨਾ ਕੁ ਉਹ 'ਚ ਗਾਰ ਇੰਨੀ ਜ਼ਿਆਦਾ ਸੀਗੀ ਕਿ ਉਸ 'ਚ ਥੋੜ੍ਹਾ ਜਿਹਾ ਪਾਣੀ ਜਾ ਕੇ ਉਹ ਬੈਕ ਫਲੋ ਕਰਨ ਲੱਗ ਜਾਂਦਾ ਸੀ, ਕਿਉਂਕਿ ਉਹ ਲੈਵਲ ਹੀ, ਉਹਦੀ ਗਾਰ ਦਾ ਲੈਵਲ ਹੀ ਸਿਰਕੀ ਬਾਜ਼ਾਰ ਦੇ ਲੈਵਲ ਦੇ ਬਰਾਬਰ ਆ ਜਾਂਦਾ ਸੀਗਾ। ਅਸੀਂ ਪਿਛਲੀ ਵਾਰੀ ਵੀ ਸਿਰਕੀ ਬਾਜ਼ਾਰ ਦੇ ਵਿੱਚ ਉਨੀ ਪ੍ਰੋਬਲਮ ਨਹੀਂ ਸੀ ਆਈ ਜਿੰਨੀ ਕਿ ਨਾਰਮਲੀ ਆਉਂਦੀ ਸੀਗੀ ਇਸ ਸ਼ਹਿਰ 'ਚ। ਉਹ ਜਿਹੜਾ ਟੋਬਾ ਸੀਗਾ ਉਸ ਨੂੰ ਅਸੀਂ ਜਦੋਂ 18 ਫੁੱਟ ਦੇ ਕਰੀਬ ਡੂੰਘਾ ਕੀਤਾ, ਸੋ ਉਸ 'ਚ ਕਪੈਸਿਟੀ ਪਾਣੀ ਥਰੂ ਓਪਨ ਡਰੇਨ ਜਾਣ ਦੀ ਕੰਪਲੀਟ, ਦੇयर ਵਾਸ ਨੋ ਚਾਂਸ ਆਫ ਐਨੀ ਬੈਕ ਫਲੋ। ਇਸ ਵਾਰੀ ਜਿਹੜਾ 3 ਏਕੜ ਪਿਛਲੀ ਵਾਰੀ ਅਸੀਂ ਡੀਸਿਲਟ ਕੀਤਾ ਸੀ, ਇਸ ਵਾਰੀ ਉਸ 3 ਏਕੜ ਦੀ ਜਗ੍ਹਾ ਤੇ 7 ਏਕੜ ਨੂੰ ਅਸੀਂ ਡੀਸਿਲਟ ਕਰਤਾ। ਸੋ ਇਫੈਕਟਿਵਲੀ ਉਹਦੀ ਵੀ ਕਪੈਸਿਟੀ ਅਸੀਂ ਮੋਰ ਦੈਨ ਡਬਲ ਕਰਤੀ ਹੈ। ਇੱਕ ਤਾਂ ਇਹ ਹੋ ਗਿਆ ਜੀ। ਹੁਣ ਦੂਜਾ ਸੀਗਾ ਕਿ ਉੱਥੇ ਜਿੱਥੇ ਮਕੈਨੀਕਲ ਬਰਮਾ ਨਾਰਮਲੀ ਲੱਗਦਾ ਹੁੰਦਾ ਸੀ, ਉੱਥੇ ਇੱਕ ਹੀ ਬਰਮ ਲੱਗਣ ਦੀ ਜਗ੍ਹਾ ਸੀਗੀ, ਉੱਥੇ ਹੁਣ ਇੱਕ ਨਵਾਂ ਮਕੈਨੀਕਲ ਬਰਮਾ ਲੱਗਦਾ ਜੀ, ਜਿਸ ਦੇ ਨਾਲ ਉਹਦੀ ਕਪੈਸਿਟੀ ਵੀ ਅਗੇਨ ਇਟ ਹੈਜ਼ ਡਬਲਡ। ਥਰਡ ਜਿਹੜਾ ਕੰਮ ਹੈ, ਜਿਹੜਾ ਮੈਂ ਕਹਿ ਰਿਹਾ 30/6 ਤੱਕ ਖਤਮ ਹੋਏਗਾ, ਉਹ ਹੈ 80 ਹਾਰਸ ਪਾਵਰ ਦੀਆਂ ਜਿਹੜੀਆਂ ਮੋਟਰਾਂ ਨੇ, ਕਿਉਂਕਿ ਉਹਨਾਂ ਦਾ ਉਹ ਇਸ ਤਰ੍ਹਾਂ ਸੀਗਾ ਕਿ ਉਹ ਨਾਰਮਲੀ ਬਾਰਿਸ਼ ਦੇ ਵਿੱਚ ਦੇ ਵਰ ਐਕਸਪੋਜ਼ ਟੂ ਦ ਰੇਨ, ਤਾਂ ਉਹ ਇਫੈਕਟਿਵਲੀ ਕੰਮ ਨਹੀਂ ਸੀ ਕਰਦੀਆਂ। ਉਸ ਕਪੈਸਿਟੀ ਨੂੰ ਅਸੀਂ 120 ਹਾਰਸ ਪਾਵਰ ਕੀਤਾ। ਉਹ ਸਾਰੇ ਹੜਤਾਲ ਤੇ ਬੈਠੇ ਨੇ, ਹਾਲਾਂਕਿ ਸਰਕਾਰ ਮੈਟਰ ਦਾ ਲੈਵਲ ਦਾ ਕੰਮ ਹੈਗਾ ਇਹ। ਤੁਹਾਨੂੰ ਚੁਣੌਤੀ ਕਿੰਨੀ ਹੁੰਦੀ ਹੈ ਇਹਦੇ ਕੰਮਾਂ 'ਚ? ਚੁਣੌਤੀ ਤਾਂ ਹੈ ਜੀ, ਬਟ ਮੈਂ ਤੁਹਾਡੇ ਰਾਹੀਂ ਇੱਕ ਦੋ ਗੱਲਾਂ ਕਲੀਅਰ ਕਰ ਦਿਆਂ। ਫਸਟਲੀ ਸਫਾਈ ਸੇਵਕ ਨਹੀਂ ਬੈਠੇ ਸਟ੍ਰਾਈਕ ਤੇ, ਠੀਕ ਹੈ। ਗਾਰਬੇਜ ਕਲੈਕਸ਼ਨ ਦੇ ਟਿੱਪਰਸ ਅਸੀਂ ਜਿਹੜੇ ਇਸ 'ਚ ਮੈਨ ਪਾਵਰ ਅਸੀਂ 2 ਠੇਕੇਦਾਰਾਂ ਤੋਂ ਕੰਟਰੈਕਟਰਸ ਤੋਂ ਲਈ ਸੀ, ਉਹ ਲੇਬਰ ਸਟ੍ਰਾਈਕ ਤੇ ਬੈਠੀ ਹੈ। ਉਹਨਾਂ ਦੀ ਡਿਮਾਂਡ ਇਹ ਹੈ ਕਿ ਸਰਕਾਰ ਪੱਕਾ ਕਰੇ। ਨਾਓ ਉਹ ਡਿਮਾਂਡ ਉਹਨਾਂ ਨੇ ਸਾਨੂੰ ਨਹੀਂ ਦਿੱਤੀ। ਦੇयर हैज़ बीन नो मीटिंग विद मी, नो नेगोशिएशन विद अस। ਉਹ ਡਾਇਰੈਕਟਲੀ ਇੱਕ ਦਿਨ ਪਤਾ ਲੱਗਦਾ ਕਿ ਉਹ ਸਟ੍ਰਾਈਕ ਤੇ ਬੈਠ ਗਿਆ। ਇਹ ਵੈਦਰ ਪੱਕੇ ਕਰਨਾ ਜਾਂ ਨਾ ਕਰਨਾ, ਇਹ ਮੇਰੀ ਜੂਰਿਸਡਿਕਸ਼ਨ 'ਚ ਨਹੀਂ ਹੈ, ਇਹ ਗਵਰਨਮੈਂਟ ਦਾ ਪੋਲਿਸੀ ਮੈਟਰ ਹੈ ਐਂਡ ਦ ਗਵਰਨਮੈਂਟ ਹੈਜ਼ ਟੂ ਡਿਸਾਈਡ। ਬਾਵਜੂਦ ਇਸ ਦੇ ਆਰ ਨਾਟ ਕਮਿੰਗ ਬੈਕ ਔਨ ਦ ਜੌਬ। ਪਰ ਅਸੀਂ 20 ਟਰਾਲੀਆਂ, ਅਸੀਂ ਪਹਿਲਾਂ ਤਾਂ ਮੈਂ ਖੁਦ ਵੀ ਅਪੀਲ ਕੀਤੀ ਉਹਨਾਂ ਨੂੰ, ਬਟ ਸਮਹਾਓ ਉਹ ਨਹੀਂ ਵਾਪਸ ਆਏ। ਉਸ ਤੋਂ ਬਾਅਦ ਅਸੀਂ ਪਰਸੋਂ ਰਾਤ ਤੋਂ ਅਸੀਂ 20 ਟਰਾਲੀਆਂ ਜਿਹੜੀਆਂ ਸਾਡੇ ਕੋਲੇ ਸੀਗੀਆਂ, ਅਸੀਂ 20 ਟਰਾਲੀਆਂ ਲਾ ਕੇ ਸ਼ਹਿਰ ਦੇ ਵਿੱਚੋਂ ਕਲੈਕਟਡ ਗਾਰਬੇਜ ਕਲੈਕਟ ਕਰਾ ਰਹੇ ਹਾਂ। ਅੱਜ ਮੈਂ 20 ਟਰਾਲੀਆਂ ਹੋਰ ਐਡ ਕਰ ਦਿਆਂਗਾ। ਇਫ ਰਿਕੁਆਇਰਡ ਵੀ ਵਿਲ ਹਾਇਰ ਨਿਊ ਮੈਨ ਪਾਵਰ ਟੂ ਡੂ ਦਿਸ ਗਾਰਬੇਜ ਕਲੈਕਸ਼ਨ। ਇਟ ਇਜ਼ ਨਾਟ ਕਿ ਵੀ ਵੁੱਡ ਵਾਂਟ ਦੈਟ। ਅਸੀਂ ਹਜੇ ਵੀ ਰਿਕੁਐਸਟ ਉਹਨਾਂ ਨੂੰ ਹੀ ਕਰ ਰਹੇ ਹਾਂ ਕਿ ਤੁਸੀਂ ਪਲੀਜ਼ ਕੰਮ ਤੇ ਵਾਪਸ ਆ ਜਾਓ। ਲੇਕਿਨ ਸਲੋਲੀ ਵੀ ਵਿਲ ਟੇਕ ਕੰਟਰੋਲ ਆਫ ਦਿਸ ਪ੍ਰੋਬਲਮ। ਜਿਹੜੀ ਗਾਰਬੇਜ ਕਲੈਕਸ਼ਨ ਦੀ ਹੁਣ ਤੱਕ ਪਿਛਲਾ ਕਲੈਕਟਡ ਹੈ, ਉਸ ਨੂੰ ਅਸੀਂ, ਸਾਡਾ ਪਹਿਲਾ ਟਾਰਗੇਟ ਉਹਨੂੰ ਕਲੀਅਰ ਕਰਨ ਦਾ, ਤੇ ਇਸ ਤੋਂ ਬਾਅਦ ਵੀ ਵਿਲ ਆਲਸੋ ਟਰਾਈ ਕਿ ਟਿੱਪਰਸ ਜੇ ਚਲਾਣੇ ਨੇ ਤਾਂ ਉਹ ਚਲਾਏ ਜਾਣ।
if required, if new manpower is required, we'll go ahead with that. ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।